सतनाम वाहिगुरु साहिब जीओ। खोजत खोजत अमृत पिया, खिमा गही मन सतगुर दिया। खरा खरा आखै सब कोय, खरा रतन जुग चारे होए। खात पियंत मुए नहीं जानिया, खिन मह मुए जां शब्द पछानिया। अस्थिर चीत मरन मन मानिया, गुर कृपा ते नाम पछानिया। वाहिगुरु जी का खालसा, वाहिगुरु जी की फतेह। सतगुरु गरीब नवाज पातशाह दसां पातशाहियां दे प्रतख स्वरूप, गुरता गद्दी ते सुभाएमान श्री गुरु ग्रंथ साहिब महाराज जी की पावन हजूरी विच सुभाएमान सत्कारयोग साध संगत जी, आप जी बड़े प्यार सहित गुरु दीवान विच हाजरी भर के सतगुरु सच्चे पातशाह जी दियां खुशियां प्राप्त कर रहे हो। अज दे लड़ीवार शब्द विच जो कि दखणी ओंकार नामक बाणी विच अज दा 19 नंबर श्लोक है। गुरु नानक साहब पातशाह जी उस ब्राह्मण नूं बख्शिशां कर रहे हैं जिस दा इको ही सवाल बार बार कई रूपों विच आउंदा है कि उस अमृत की प्राप्ति किवें होवे, क्योंकि अमृत शब्द मृत्यु तो बनिया। मृत का अर्थ है मौत, ते जदों इहदे अगे ऐड़ा शब्द आ जाता है, इहदे अर्थ ने वो वस्तु जिन्नू पीण नाल मौत खत्म हो जाती है। इस जगत की सब तो बड़ी समस्या है मौत। जीवन हर पल मौत वल वध रहा है। इस घड़ी की टक टक सानू उस घाट ते खिंच के ले जा रही है जिसनू मौत कहते हैं। और जिउंदियां भी तां मनुख इस सहम विच ही रहिंदा है, इस डर विच ही जीवन गुजारदा है कि पता नहीं ये जिंदगी किन्ना कुछ चिर मेरे हत्थां विच है। ते सतगुरु ने इत्थे कहा भी तू अमृत पी लै, जे तू अमृत पी लिया तां तेरी परत के मौत नहीं होगी। कहंदे ने सिकंदर ने सारी धरती की भाल की सी, क्योंकि उन्हें सारे जगत नूं जित लिया सी। ते जदों सारा जगत जितया गया, उहदे तो बाद ये सवाल फिर उहदे सामने आ गया भी जगत जित के सिकंदर करेगा की, क्योंकि तेरा अपना ही पता नहीं तू कितना चिर इस जमीन ते है। इस जगत नूं जित के की करेगा। ते इहदे कोल साधन साने ने सारी धरती छांग मारी। इनू किसे कहा भी किते अमृत दा सोमा है, ओनू लभ के पी तां तेरी मौत समाप्त हो जाएगी। साडा सब तो बड़ा यतन यही है, मौत नू समाप्त करन लई हर एक व्यक्ति सोच रहा है, पर अज तक किसी तो मौत समाप्त नहीं हुई। पर सतगुरु ने एक शब्द वरत्या अमृत पी।
ਜਦੋਂ ਤੂੰ ਅੰਮ੍ਰਿਤ ਤੱਕ ਪਹੁੰਚ ਜਾਏਗਾ ਫਿਰ ਤੇਰੀ ਮੌਤ ਖਤਮ ਹੋ ਜਾਏਗੀ। ਸਿਕੰਦਰ ਨੇ ਕਹਿੰਦੇ ਲੱਭਦਿਆਂ ਲੱਭਦਿਆਂ ਇੱਕ ਚਸ਼ਮਾ ਲੱਭਿਆ ਤੇ ਉਸ ਨੂੰ ਪਤਾ ਲੱਗਾ ਇਹ ਅੰਮ੍ਰਿਤ ਹੈ। ਉਹ ਜਦੋਂ ਪੀਣ ਲੱਗਾ ਤੇ ਉੱਪਰੋਂ ਆਵਾਜ਼ ਆਈ, ਸਿਕੰਦਰ ਇਹ ਨਾ ਪੀਵੀਂ। ਤੇ ਇੱਕ ਕਾਗ ਉਸ ਥਾਂ ਤੇ ਜਿਹਦੇ ਖੰਭ ਝੜ ਚੁੱਕੇ ਸਨ ਡਿੱਗਾ ਹੈ। ਉਹ ਕਹਿੰਦਾ ਇਹ ਅੰਮ੍ਰਿਤ ਮੈਂ ਪੀਤਾ ਹੈ, ਪਰ ਇਹ ਅੰਮ੍ਰਿਤ ਜਾਲੀ ਹੈ, ਇਹ ਸਰੀਰ ਦੀ ਮੌਤ ਨਹੀਂ ਹੋਣ ਦਿੰਦਾ, ਪਰ ਮਨ ਅੰਦਰੋਂ ਕਮਜ਼ੋਰ ਹੋ ਕੇ ਮਰਦਾ ਰਹਿੰਦਾ ਹੈ। ਸਰੀਰ ਇਹਦੇ ਨਾਲ ਮਰਦਾ ਨਹੀਂ। ਉਹ ਵਾਪਸ ਮੁੜ ਗਿਆ। ਸਤਿਗੁਰੂ ਨੇ ਦੂਸਰੇ ਅੰਮ੍ਰਿਤ ਦੀ ਗੱਲ ਕੀਤੀ ਜਿਹਦੇ ਨਾਲ ਸਰੀਰ ਦੀ ਗੱਲ ਨਹੀਂ, ਮਨੁੱਖ ਅੰਦਰੋਂ ਅਮਰ ਹੋ ਜਾਂਦਾ ਹੈ, ਉਹਦੇ ਅੰਦਰੋਂ ਮੌਤ ਦਾ ਭੈ ਖਤਮ ਹੋ ਜਾਂਦਾ ਹੈ। ਸਤਿਗੁਰੂ ਨੇ ਦੋ ਸ਼ਬਦ ਦਿੱਤੇ ਨੇ, ਸੰਤ ਤੇ ਸਿਪਾਹੀ। ਸੰਤ ਕੌਣ ਹੈ? ਸੰਤ ਉਹ ਹੈ ਜਿਹਨੇ ਮੌਤ ਨੂੰ ਪ੍ਰਵਾਨ ਕਰ ਲਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਜਿਹਦੇ ਵਿੱਚ ਭਾਈ ਗੁਰਦਾਸ ਜੀ ਨੇ ਵੀ ਉਦਾਹਰਨਾਂ ਦਿੱਤੀਆਂ ਵੀ ਸਿੱਖ ਉਹ ਜਿਹੜਾ ਮਰਨ ਤੋਂ ਪਹਿਲਾਂ ਮਰਨ ਦੀ ਜਾਚ ਸਿੱਖਦਾ ਹੈ, ਮਰਨ ਤੋਂ ਉਹ ਹੀ ਬਚੇ ਨੇ। ਕਬੀਰ ਸਾਹਿਬ ਦਾ ਵੀ ਇੱਕ ਸ਼ਬਦ ਇਹਦੇ ਨਾਲ ਮਿਲਦਾ ਕਿ ਮਰਨੋ ਮਰਨ ਕਹੈ ਸਭ ਕੋਈ, ਸਹਿਜੇ ਮਰੈ ਅਮਰ ਹੋਏ ਸੋਈ। ਇਸ ਸਰੀਰ ਦੇ ਮਰਨ ਤੋਂ ਪਹਿਲਾਂ ਜਿਹੜਾ ਮਨੁੱਖ ਆਪਣੀਆਂ ਵਾਸ਼ਨਾਵਾਂ ਦੀ ਮੌਤ ਕਰ ਦਿੰਦਾ ਹੈ, ਮੌਤ ਉਹਦੀ ਜ਼ਿੰਦਗੀ ਵਿੱਚੋਂ ਸਮਾਪਤ ਹੋ ਜਾਂਦੀ, ਅੰਮ੍ਰਿਤ ਨੂੰ ਪੀ ਲੈਂਦਾ ਹੈ। ਇੱਥੇ ਸ਼ਬਦ ਅੰਮ੍ਰਿਤ ਵਰਤਿਆ ਸੱਚੇ ਪਾਤਸ਼ਾਹ ਜੀ ਨੇ। ਕਹਿੰਦੇ ਮੈਂ ਅੰਮ੍ਰਿਤ ਪੀਤਾ ਹੈ। ਤੇ ਕੱਲ ਦਾ ਸ਼ਲੋਕ ਇਹਦੇ ਨਾਲ ਮਿਲਦਾ ਹੈ। ਕੱਲ ਦੇ ਸ਼ਲੋਕ ਦੇ ਅੰਦਰ ਸ਼ਬਦ ਸਨ ਕਿ ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਢਾਲੈ। ਸਤਿਗੁਰੂ ਨੇ ਬਚਨ ਕੀਤੇ ਸਨ, ਉਸ ਬ੍ਰਾਹਮਣ ਨੂੰ ਕਿਹਾ ਕਿ ਬ੍ਰਾਹਮਣ ਰਾਜ, ਆਪਣੇ ਸਰੀਰ ਦੇ ਵਿੱਚ ਕਾਮ ਤੇ ਕ੍ਰੋਧ ਵਿਕਾਰਾਂ ਦੀਆਂ ਸ਼ਕਤੀਆਂ ਨੂੰ ਗੁਰੂ ਕੇ ਸ਼ਬਦ ਨਾਲ ਜਦੋਂ ਤੂੰ ਗਾਲ ਦੇਂਗਾ ਉਹਦਾ ਹੀ ਅੰਮ੍ਰਿਤ ਬਣ ਜਾਏਗਾ। ਬਾਹਰੋਂ ਕੋਈ ਅੰਮ੍ਰਿਤ ਨਹੀਂ ਆਉਣਾ। ਆ ਇੱਕ ਅੰਮ੍ਰਿਤ ਸਾਨੂੰ ਬਾਹਰੋਂ ਸਤਿਗੁਰੂ ਨੇ ਦਿੱਤਾ ਸਿਰਫ ਅੰਦਰਲੇ ਅੰਮ੍ਰਿਤ ਨੂੰ ਕੱਢਣ ਵਾਸਤੇ। 9 ਪਾਤਸ਼ਾਹੀਆਂ ਤੱਕ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੀ 25 ਸਾਲ ਚਰਨ ਪੌਲ ਦਿੰਦੇ ਰਹੇ। 9 ਪਾਤਸ਼ਾਹੀਆਂ ਨੇ ਵੀ ਅੰਮ੍ਰਿਤ ਦਿੱਤਾ ਤੇ ਬਾਅਦ ਵਿੱਚ ਕਿਹਾ ਭਾਈ ਇਹ ਸ਼ਬਦ ਅੰਮ੍ਰਿਤ ਹੈ। ਚਰਨ ਧੋ ਕੇ ਪਿਆਏ ਸਿੱਖਾਂ ਨੂੰ ਤੇ ਨਾਲ ਉਪਦੇਸ਼ ਦੇ ਦਿੱਤਾ ਗੁਰੂ ਕਾ ਸ਼ਬਦ ਤੇ ਕਿਹਾ ਇਹਨੂੰ ਜਪ, ਤੇਰੇ ਸਰੀਰ ਦੇ ਵਿੱਚੋਂ ਅੰਮ੍ਰਿਤ ਦਾ ਸੋਮਾ ਆਪਣੇ ਆਪ ਫੁੱਟਣਾ ਸ਼ੁਰੂ ਹੋ ਜਾਏ। ਪਰ ਪੀਤਾ ਕਿੰਨਾ ਨੇ ਵੇ? ਉਸ ਬ੍ਰਾਹਮਣ ਨੇ ਕਿਹਾ ਜੀ ਸਾਨੂੰ ਤੇ ਕੋਈ ਅੰਮ੍ਰਿਤ ਨਹੀਂ ਲੱਭਦਾ। ਹਜ਼ੂਰ ਕਹਿੰਦੇ ਖੋਜ ਕਰ, ਕਿਉਂਕਿ ਜੀਵਨ ਇਸ ਤਰ੍ਹਾਂ ਦਾ ਬਾਜ਼ਾਰ ਹੈ ਜੋ ਅਸੀਂ ਖੋਜਨੇ ਆ ਉਹ ਹੀ ਮਿਲਦਾ ਹੈ, ਦੂਸਰੀ ਚੀਜ਼ ਸਾਨੂੰ ਮਿਲੇਗੀ ਨਹੀਂ। ਸਤਿਗੁਰੂ ਨੇ ਕਿਹਾ ਅੰਦਰੋਂ ਵੇਖ ਤੇਰੀ ਖੋਜ ਅੰਮ੍ਰਿਤ ਦੀ ਹੈ, ਲੱਭਣ ਕੀ ਫਿਰਨਾ? ਪਹਿਲਾਂ ਆਪਣੀ ਖੋਜ ਨੂੰ ਵੇਖ, ਤੇਰੀ ਖੋਜ ਕਾਦੀ, ਕੀ ਲੱਭਣਾ ਚਾਹੁੰਦਾ? ਇਸ ਦੇਹ ਦੇ ਵਿੱਚ ਜ਼ਹਿਰ ਵੀ, ਇਸ ਦੇਹ ਵਿੱਚ ਅੰਮ੍ਰਿਤ ਵੀ ਹੈ। ਇੱਥੇ ਵਿਕਾਰ ਵੀ, ਇੱਥੇ ਪਰਮਾਤਮਾ ਦਾ ਨਾਮ ਵੀ ਹੈ। ਦੋਵੇਂ ਚੀਜ਼ਾਂ ਇੱਕੋ ਥਾਂ ਤੇ ਰਹਿੰਦੀਆਂ ਨੇ, ਵੱਖਰੀਆਂ ਨਹੀਂ। ਅੰਮ੍ਰਿਤ ਬਿਖ ਬਸੈ ਇੱਕ ਸੰਗੇ, ਪਰ ਤੈਨੂੰ ਉਹ ਹੀ ਮਿਲੇਗਾ ਜੋ ਤੂੰ ਲੱਭੇਗਾ, ਜੋ ਤੇਰੀ ਚਾਹਤ ਹੋਏਗੀ, ਜੋ ਤੂੰ ਚਾਹੁੰਦਾ ਹੈ। ਜੇ ਤੂੰ ਚਾਹਿਆ ਨਾ, ਅੰਮ੍ਰਿਤ ਦਾ ਪਿਆਲਾ ਤੇਰੇ ਸਾਹਮਣੇ ਵੀ ਆ ਗਿਆ, ਗੁਰੂ ਨੇ ਧੱਕੇ ਨਾਲ ਤੇਰੇ ਹੱਥਾਂ ਤੇ ਪਾ ਦਿੱਤਾ, ਤੂੰ ਪੀਣਾ ਨਹੀਂ, ਤੂੰ ਹੱਥਾਂ ਨੂੰ ਪਾਸੇ ਕਰ ਦੇਣਾ। ਜੋ ਅਸੀਂ ਖੋਜਨੇ ਆ ਉਹ ਹੀ ਪਾਉਨੇ ਆ, ਉਸ ਤੋਂ ਵੱਧ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਸਿਆਣਿਆਂ ਦਾ ਬਹੁਤ ਵੱਡਾ ਤਜਰਬਾ ਹੈ। ਉਹ ਕਹਿੰਦਾ ਗੁਰੂ ਕੋਲ ਫਿਰ ਕੁਝ ਮੰਗੀ, ਪਹਿਲਾਂ ਆਪਣੀ ਖੋਜ ਟੈਸਟ ਕਰ ਲੈ। ਤੂੰ ਖੋਜਦਾ ਕੀ ਪਿਆ ਗੁਰੂ ਕੋਲੋਂ? ਲੱਭਣਾ ਕੀ ਚਾਹੁੰਦਾ? ਗੁਰਦੁਆਰੇ ਵਿੱਚ ਆ ਕੇ ਕੀ ਲੱਭਣਾ ਹੈ? ਹਰ ਇੱਕ ਚੀਜ਼ ਦਾ ਕੋਈ ਮਿਸ਼ਨ ਹੋਣਾ ਚਾਹੀਦਾ। ਜੇ ਤੇਰਾ ਮਿਸ਼ਨ ਹੀ ਅੰਮ੍ਰਿਤ ਪੀਣਾ ਨਹੀਂ ਹੈ ਤਾਂ ਫਿਰ ਤੈਨੂੰ ਮਿਲੇਗਾ ਹੀ ਕਿਵੇਂ? ਤੂੰ ਪਹਿਲਾਂ ਆਪਣਾ ਨਿਸ਼ਾਨਾ ਸਾਧ, ਆਪਣੇ ਆਪ ਨੂੰ ਟੈਸਟ ਕਰ, ਤੇਰੀ ਇੱਛਾ ਕੀ ਹੈ ਜਗਤ ਵਿੱਚ। ਤੇ ਜਦੋਂ ਇੱਛਾ ਤਬਦੀਲ ਹੁੰਦੀ ਹੈ, ਸਿਆਣੇ ਕਹਿੰਦੇ ਨੇ ਇੱਛਾ ਦੇ ਤਬਦੀਲ ਹੁੰਦਿਆਂ ਜੇ ਕਿਸੇ ਚੀਜ਼ ਦੀ ਇੱਛਾ 100% ਦੀ ਅੰਦਰ ਜਾਗ ਪਏ ਤੇ ਉਸ ਵੇਲੇ ਵਕਤ ਨਹੀਂ ਲੱਗਦਾ ਉਸ ਵਸਤੂ ਨੂੰ ਪ੍ਰਾਪਤ ਕਰਨ ਤੇ ਖਾਸ ਕਰਕੇ ਪਰਮਾਤਮਾ ਦੇ ਸੰਬੰਧ ਵਿੱਚ ਜਿਹੜਾ ਬਿਲਕੁਲ ਨੇੜੇ ਹੈ।
ਜਿਹੜਾ ਬਿਲਕੁਲ ਨਾਲ ਹੀ ਤੇ ਹੈ। ਅਜੇ ਦੁਨੀਆ ਵਾਸਤੇ ਜਿਹੜੀਆਂ ਵਸਤੂਆਂ ਅਸੀਂ ਲੱਭਣੀਆਂ ਨੇ, ਮੰਨ ਲਓ ਧਨ ਦੀ ਇੱਛਾ ਹੈ, ਉਹਦੇ ਵਾਸਤੇ ਅਸੀਂ ਅੱਜ ਇੱਛਾ ਕਰੀਏ, ਸੰਭਾਵਨਾ ਨਹੀਂ ਮਿਲਣ ਦੀ, ਕਿਉਂਕਿ ਧਨ ਦੂਰ ਹੈ, ਅਸੀਂ ਦੂਰ ਬੈਠੇ, ਸਮਾਂ ਲੱਗ ਸਕਦਾ ਹੈ। ਪਰ ਜਦੋਂ ਅਕਾਲ ਪੁਰਖ ਦੀ ਗੱਲ ਚੱਲਦੀ ਏ, ਜਦੋਂ ਪਰਮਾਤਮਾ ਦੀ ਗੱਲ ਚੱਲਦੀ ਏ, ਉਹ ਤਾਂ ਦੂਰ ਨਹੀਂ ਹੈ, ਉਹ ਤੇ ਮਨੁੱਖ ਦੇ ਸਵਾਸਾਂ ਵਿੱਚ ਹੈ। ਉਹਦੀ ਇੱਕੋ ਹੀ ਸ਼ਰਤ 100% ਦੀ ਇੱਛਾ ਦਾ ਪੈਦਾ ਹੋ ਜਾਣਾ ਕਿ ਮੈਂ ਉਹਨੂੰ ਮਿਲਣਾ ਵੀ ਚਾਹੁੰਦਾ ਕਿ ਨਹੀਂ। ਬਾਬਾ ਫਰੀਦ ਸਾਹਿਬ ਦੇ ਕੋਲ ਬਹੁਤ ਸਾਰੇ ਨਿਮਾਜੀ ਆਉਂਦੇ ਸਨ, ਬਹੁਤ ਸਾਰੇ ਜਗਿਆਸੂ ਆਉਂਦੇ ਸਨ, ਤੇ ਜਿਸ ਵਕਤ ਉਹਨਾਂ ਦੇ ਕੋਲ ਇੱਕ ਨਿਮਾਜੀ ਆਇਆ ਜਿਹਦੇ ਮੋਢੇ ਤੇ ਮੁਸੱਲਾ ਰੱਖਿਆ ਸੀ, ਉਹ ਮਿਲਿਆ ਆ ਕੇ ਤੇ ਉਹਨੇ ਪਹਿਲਾ ਸਵਾਲ ਕੀਤਾ, ਕਹਿਣ ਲੱਗਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸੰਸਾਰੀਆਂ ਨੂੰ ਤੇ ਕਹਿਣਾ ਨਹੀਂ ਚਾਹੁੰਦਾ, ਉਹ ਕਹਿਣਗੇ ਸਾਰੀ ਉਮਰ ਤੇ ਮੁਸੱਲਾ ਚੁੱਕ ਕੇ ਫਿਰਿਆ, ਹੁਣ ਰੱਬ ਦੇ ਉੱਤੇ ਸ਼ੰਕੇ ਕਰਨ ਲੱਗ ਪਏ, ਪਰ ਮੈਂ ਆਪਣੇ ਅੰਦਰਲੇ ਹਿੱਸੇ ਦੀ ਵੇਦਨ ਤੁਹਾਨੂੰ ਕਹਿਣਾ ਚਾਹੁੰਦਾ ਵੀ ਮੈਨੂੰ ਲੱਗਦਾ ਕੋਈ ਅੱਲਾ ਨਹੀਂ, ਕੋਈ ਪਰਮਾਤਮਾ ਨਹੀਂ। ਉਹ ਕਹਿੰਦੇ ਵੀ ਤੂੰ ਤੇ ਮੰਨਿਆ ਪਰ ਮੰਨਿਆ। ਕਹਿਣ ਲੱਗਾ ਮੈਂ ਜ਼ਰੂਰ ਮੰਨਿਆ, ਮੈਂ ਕਈ ਸਾਲ ਲਾ ਦਿੱਤੇ ਨੇ, ਨਮਾਜ਼ਾਂ ਪੜ੍ਹੀਆਂ ਨੇ, ਰੋਜ਼ੇ ਰੱਖੇ ਨੇ, ਯਾਤਰਾਵਾਂ ਕੀਤੀਆਂ ਨੇ, ਰਾਤਾਂ ਜਾਗੀਆਂ, ਬਹੁਤ ਕੁਝ ਕੀਤਾ ਹੈ। ਜੇ ਅੱਲਾ ਕਿਤੇ ਹੁੰਦਾ, ਜੇ ਪਰਮਾਤਮਾ ਕਿਤੇ ਹੁੰਦਾ ਤੇ ਕਮਾਲ, ਇੰਨੀ ਮਿਹਨਤ ਤੋਂ ਬਾਅਦ ਸੰਬੰਧ ਨਾ ਜੁੜਦਾ। ਔਰ ਇਹ ਸਵਾਲ ਉਸ ਇਕੱਲੇ ਆਦਮੀ ਦਾ ਨਹੀਂ, 90% ਧਾਰਮਿਕ ਲੋਕਾਂ ਦਾ ਇਹ ਸਵਾਲ ਹੈ। ਬਾਹਰ ਪ੍ਰਗਟ ਨਹੀਂ ਕਰਦੇ, ਅਸੀਂ ਕਹਿੰਦੇ ਨਹੀਂ, ਕਿਉਂਕਿ ਕਹੀਏ ਕੀ, ਹੁਣ ਇਹਨੇ ਸਾਲ ਲਾ ਦਿੱਤੇ, ਹੁਣ ਕਹਿਣਾ ਵੀ ਯੋਗ ਨਹੀਂ, ਚੰਗਾ ਨਹੀਂ ਲੱਗਦਾ। ਇਸ ਲਈ ਕਹਿੰਦੇ ਜੇ ਹੋਏਗਾ ਤੇ ਰੱਖ ਲਏਗਾ, ਨਾ ਹੋਏਗਾ ਤੇ ਨਾ ਸਹੀ। ਪਰਮਾਤਮਾ ਦੇ ਸਬੰਧ ਪਿਆਸ ਤੇ ਹੈ ਹੀ ਨਹੀਂ। ਆ ਇੱਕ ਸ਼ਲੋਕ ਆਉਂਦਾ ਨਾ ਕਬੀਰ ਸਾਹਿਬ ਜੀ ਦਾ, ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਕਸਮ ਤਾਂ ਲਏਗਾ ਰਾਖ। ਇਹ ਸ਼ਬਦ ਧਿਆਨ ਨਾਲ ਸੁਣਨਾ, ਇਹ ਸ਼ਬਦ ਕਬੀਰ ਜੀ ਦਾ ਨਹੀਂ, ਖਿਆਲ, ਕਬੀਰ ਸਾਹਿਬ ਦਾ ਵਿਚਾਰ ਨਹੀਂ ਹੈ। ਕਬੀਰ ਸਾਹਿਬ ਨੇ ਉਹਨਾਂ ਲੋਕਾਂ ਦਾ ਵਿਚਾਰ ਪ੍ਰਗਟ ਕੀਤਾ ਹੈ ਜਿਹੜੇ ਪਰਮਾਤਮਾ ਦੀ ਖੋਜ ਕਰ ਰਹੇ ਨੇ ਪਰ ਭਰੋਸੇਹੀਨ। ਉਹ ਮਨੌਤ ਦੇ ਆਧਾਰ ਤੇ ਮੰਨੀ ਜਾਂਦੇ ਨੇ ਕਿ ਕਹਿੰਦੇ ਹੋਏਗਾ, ਜੇ ਹੋਏਗਾ ਤੇ ਰੱਖ ਲਏਗਾ। ਤੇ ਜਿੱਥੇ ਇਹ ਸ਼ਬਦ ਆ ਜਾਂਦਾ ਨਾ ਵੀ ਹੋਏਗਾ, ਉਹਦਾ ਮਤਲਬ ਉਹਦੇ ਪਿੱਛੇ ਇੱਕ ਚੀਜ਼ ਖੜੀ ਵੀ ਪਤਾ ਨਹੀਂ ਹੈ ਵੀ ਕਿ ਨਹੀਂ। ਜੇ ਹੋਏਗਾ ਤੇ ਰੱਖ ਲਏਗਾ, ਕਬੀਰ ਜੀ ਦਾ ਇਹ ਵਿਚਾਰ ਨਹੀਂ ਹੈ। ਜੇ ਤੁਸੀਂ ਕਬੀਰ ਜੀ ਦਾ ਵਿਚਾਰ ਪੜ੍ਹਨਾ ਤੇ ਗੌੜੀ 52 ਅੱਖਰੀ ਕਬੀਰ ਜੀ ਪੜ੍ਹੋ। ਉਹ ਕਹਿੰਦੇ ਨੇ ਹੈ ਤਾਂ ਸਹੀ, ਦਾਵਾ ਕੀਤਾ ਉਹਨਾਂ ਨੇ, ਕਹਿੰਦੇ ਹੈ ਤਾਂ ਸਹੀ ਲਖੈ ਜੋ ਕੋਈ ਵੇਖਣ ਵਾਲਾ ਤੇ ਹੋਵੇ, ਹੈ ਤੇ ਸਹੀ। ਉਹਨਾਂ ਤੇ ਐਲਾਨ ਕੀਤਾ। ਵੈਸੇ ਭਗਤ ਆਮ ਤੌਰ ਤੇ ਐਲਾਨ ਨਹੀਂ ਕਰਦੇ ਵੀ ਆ ਸਾਹਮਣੇ ਪਰਮਾਤਮਾ, ਪਰ ਉੱਥੇ ਕੀਤਾ ਕਬੀਰ ਸਾਹਿਬ ਨੇ। ਇਹ ਜਿਹੜਾ ਹੋਏਗਾ ਖਸਮ ਹੈ ਨਾ, ਇਹ 90% ਧਾਰਮਿਕ ਲੋਕਾਂ ਦੀ ਭਾਸ਼ਾ ਹੈ। ਕਹਿੰਦੇ ਕੀਤਾ ਬੜਾ ਕੁਝ, ਹੋਇਆ ਕੁਝ ਵੀ ਨਹੀਂ। ਇਹਦਾ ਮਤਲਬ ਪਤਾ ਨਹੀਂ ਹੈ ਵੀ ਕਿ ਨਹੀਂ। ਹੋਏਗਾ ਤੇ ਰੱਖ ਲਏਗਾ, ਨਾ ਹੋਏਗਾ ਤੇ ਨਾ ਸਹੀ। ਇਹ ਇੱਕ ਦਸ਼ਾ ਹੈ ਉਸ ਜਗਿਆਸੂ ਦੇ ਮਨ ਦੀ। ਜਿਵੇਂ ਦਾ ਫਰੀਦ ਸਾਹਿਬ ਕੋਲ ਆਇਆ, ਉਹਨੇ ਅੰਦਰ ਦੀ ਵੇਦਨਾ ਕਹੀ, ਮੈਂ ਬੜੀ ਖੋਜ ਕੀਤੀ, ਮੈਨੂੰ ਮਿਲਿਆ ਨਹੀਂ। ਤੇ ਫਰੀਦ ਸਾਹਿਬ ਨੇ ਇੱਕ ਸ਼ਬਦ ਕਿਹਾ ਸੀ, ਤੇ ਕਈਆਂ ਨੇ ਤੇ ਇਹਦੇ ਨਾਲ ਇੱਕ ਕਹਾਣੀ ਵੀ ਜੋੜ ਕੇ ਸਿੱਧ ਕੀਤਾ। ਫਰੀਦ ਸਾਹਿਬ ਚੁੱਪ ਕਰ ਗਏ, ਕਿਉਂਕਿ ਜਿਹੜੇ ਜੁੜੇ ਹੋਏ ਨੇ ਉਹ ਇਸ ਚਿੰਤਾ ਵਿੱਚ ਰਹਿੰਦੇ ਨੇ ਕਿ ਜੇ ਕੋਈ ਇਸ ਮਾਰਗ ਤੇ ਤੁਰਿਆ ਕਿਤੇ ਬੇਵਿਸ਼ਵਾਸੀ ਵਿੱਚ ਨਾ ਚਲਾ ਜਾਏ। ਸਵਾਲ ਵਾਲੇ ਨੇ ਕਿਹਾ ਸੀ ਪਤਾ ਨਹੀਂ ਹੈ ਕਿ ਨਹੀਂ। ਜੇ ਹੁੰਦਾ, ਨਮਾਜ਼ਾਂ ਮੈਂ 5 ਵਕਤ ਪੜ੍ਹਨਾ, ਰੋਜ਼ੇ ਮੈਂ ਰੱਖੇ, ਯਾਤਰਾਵਾਂ ਮੈਂ ਕੀਤੀਆਂ ਨੇ, ਰਾਤਾਂ ਜਾਗੀਆਂ, ਹੁੰਦਾ ਤੇ ਮਿਲਣਾ ਪੈਂਦਾ। ਫਰੀਦ ਸਾਹਿਬ ਨੇ ਕਿਹਾ ਇਸ ਆਦਮੀ ਦਾ ਇਲਾਜ ਕੀ ਕਰਾਂ, ਜਿਹੜਾ 40 ਸਾਲਾਂ ਤੋਂ ਨਮਾਜ਼ਾਂ ਪੜ੍ਹ ਰਿਹਾ, ਗਿਆਨ ਇਹਨੂੰ ਕੰਮ ਨਹੀਂ ਦੇਗਾ ਅੱਖਰਾਂ ਦਾ, ਕਿੰਨਾ ਮਰਜ਼ੀ ਸਮਝਾਵਾਂ। ਉਹਨਾਂ ਨੇ ਕਿਹਾ ਅੱਜ ਗਰਮੀ ਬਹੁਤ ਹੈ, ਚੱਲ ਮੈਂ ਥੋੜਾ ਜਿਹਾ ਨਹਾਉਣਾ ਚਾਹੁੰਦਾ, ਤੂੰ ਮੇਰੇ ਨਾਲ ਚੱਲ। ਦਰਿਆ ਤੇ ਨਹਿਰ ਸੀ, ਨਾਲ ਲੈ ਲਿਆ, ਕੱਪੜੇ ਚੁੱਕ ਲੈ। ਫਰੀਦ ਸਾਹਿਬ ਤੁਰੇ ਜਾ ਰਹੇ ਨੇ ਨਾਲ। ਉਹ ਕਹਿੰਦੇ ਮੇਰੇ ਸਵਾਲ ਦਾ ਜਵਾਬ, ਕਹਿੰਦੇ ਆਉਂਦੇ ਜਾਂਦੇ ਦਿਆਂਗਾ ਰਸਤੇ ਵਿੱਚ ਤੈਨੂੰ ਜਵਾਬ। ਕਿਨਾਰੇ ਤੇ ਗਏ,
ਫਰੀਦ ਸਾਹਿਬ ਨੇ ਕੱਪੜੇ ਲਾਏ, ਉਹਨੂੰ ਕਹਿੰਦੇ ਤੂੰ ਵੀ ਨਹਾ ਲੈ, ਗਰਮੀ ਬੜੀ। ਉਹਨੇ ਨਾ ਨੁੱਕਰ ਕੀਤੀ, ਪਰ ਕਹਿੰਦੇ ਨਹੀਂ, ਜਿਹੜਾ ਤੂੰ ਸਵਾਲ ਕੀਤਾ ਹੈ ਉਹਦਾ ਜਵਾਬ ਨਦੀ ਵਿੱਚ ਹੈ ਕਿ ਪਰਮਾਤਮਾ ਜੇ ਹੁੰਦਾ ਤੇ ਮੈਨੂੰ ਮਿਲ ਪੈਂਦਾ। ਉਹਦਾ ਜਵਾਬ ਨਦੀ ਵਿੱਚ ਮਿਲੇਗਾ ਜੇ ਤੂੰ ਜਵਾਬ ਲੈਣਾ ਚਾਹੁੰਦਾ ਹੈ। ਮਜਬੂਰਨ ਉਹਨੂੰ ਨਦੀ ਦੇ ਵਿੱਚ ਉਤਰਨਾ ਪਿਆ। ਫਰੀਦ ਸਾਹਿਬ ਵੀ ਪਾਣੀ ਵਿੱਚ ਉਤਰ ਗਏ ਤੇ ਫਰੀਦ ਸਾਹਿਬ ਦਾ ਸਰੀਰ ਤਕੜਾ ਸੀ, ਉਹਦਾ ਕਮਜ਼ੋਰ ਸੀ। ਕਹਿੰਦੇ ਨੇ ਵੜਦਿਆਂ ਸਾਰ ਫਰੀਦ ਸਾਹਿਬ ਨੇ ਉਹਦੀ ਗਰਦਨ ਫੜੀ, ਪਾਣੀ ਦੇ ਵਿੱਚ ਡੁਬੋ ਕੇ ਉੱਤੇ ਬੈਠ ਗਿਆ, ਉਹਦੇ ਦੱਬ ਲਿਆ ਪਾਣੀ ਦੇ ਵਿੱਚ। ਹੁਣ ਜਦੋਂ ਦੱਬ ਗਿਆ ਤੇ ਦੱਬ ਲਿਆ ਤੇ ਮੌਤ ਸੀ ਸਾਹਮਣੇ। ਜ਼ੋਰ ਲਾਉਂਦਾ ਛੁੱਟਣ ਲਈ ਤੇ ਬਾਬਾ ਬਹੁਤ ਭਾਰਾ ਹੈ, ਉਹ ਤੋਂ ਪਰਾਂ ਨਹੀਂ ਹੁੰਦਾ, ਦੱਬ ਲਿਆ ਚੰਗੀ ਤਰ੍ਹਾਂ। ਥੋੜਾ ਚਿਰ ਦੱਬਿਆ, ਜਿੰਨਾ ਚਿਰ ਸਵਾਸ ਬੰਦਾ 1-1.5 ਮਿੰਟ ਕੱਢ ਜਾਂਦਾ ਹੈ ਸਾਹ ਤੋਂ ਬਿਨਾਂ। ਬੜਾ ਜ਼ੋਰ ਲਾਇਆ ਪਰ ਕਿੱਥੇ ਬਾਬਾ ਫਰੀਦ ਪਾਸੇ ਹੋਵੇ। ਅਖੀਰ ਨੂੰ ਜਦੋਂ 1.5 ਮਿੰਟ ਲੰਘ ਗਿਆ ਨਾ, ਇੱਕਦਮ ਉਹਨੇ ਲਾਇਆ ਜ਼ੋਰ ਤੇ ਬਾਬੇ ਫਰੀਦ ਨੂੰ ਪਾਸੇ ਸਿੱਟ ਕੇ ਦੌੜ ਕੇ ਬਾਹਰ ਨਿਕਲ ਗਿਆ ਤੇ ਬਾਹਰ ਜਾ ਕੇ ਬੁਰਾ ਭਲਾ ਕਹਿਣ ਲੱਗਾ। ਕਹਿੰਦੇ ਮੈਂ ਸੋਚਿਆ ਸੀ ਤੂੰ ਸਾਧ ਹੈ, ਤੂੰ ਤੇ ਲੋਕਾਂ ਨੂੰ ਮਾਰਨਾ। ਮਸਾਂ ਬਚਿਆ। ਫਰੀਦ ਸਾਹਿਬ ਕਹਿੰਦੇ ਗੁੱਸਾ ਨਾ ਕਰ, ਤੈਨੂੰ ਜਵਾਬ ਦੇਣਾ ਬਾਹਰ, ਇਹ ਤੇਰੇ ਵਾਸਤੇ ਮੈਂ ਕੀਤਾ ਹੈ, ਕਿਉਂਕਿ ਜਿਹੜੇ ਲੋਕ ਪੁਰਾਣੇ ਹੋ ਜਾਂਦੇ ਨਾ, ਉਹਨਾਂ ਦਾ ਜਵਾਬ ਅੱਖਰਾਂ ਵਿੱਚੋਂ ਨਹੀਂ ਆ ਸਕਦਾ। ਉਹ ਇੰਨੇ ਸਖਤ ਹੋ ਜਾਂਦੇ ਨੇ, ਉਹ ਕਿਸੇ ਨਾ ਕਿਸੇ ਘਟਨਾ ਵਿੱਚੋਂ ਸਿੱਖਦੇ ਨੇ। ਫਰੀਦ ਸਾਹਿਬ ਬਾਹਰ ਨਿਕਲੇ, ਉਹ ਦੌੜਨ ਲੱਗਾ। ਕਹਿੰਦੇ ਤੇਰੇ ਸਵਾਲ ਦਾ ਜਵਾਬ ਸੁਣ ਕੇ ਜਾ। ਤੂੰ ਕਿਹਾ ਪਰਮਾਤਮਾ ਜੇ ਹੁੰਦਾ ਤੇ 40 ਸਾਲਾਂ ਦੀ ਨਮਾਜ਼ ਨਾਲ ਪ੍ਰਗਟ ਨਾ ਹੁੰਦਾ। ਨੇੜੇ ਬੁਲਾਇਆ, ਕਹਿਣ ਲੱਗੇ ਤੂੰ ਪਹਿਲਾਂ, ਫਰੀਦ ਸਾਹਿਬ ਨੇ ਕਿਹਾ ਮੈਨੂੰ ਇੱਕ ਗੱਲ ਦਾ ਜਵਾਬ ਦੇ। ਜਦੋਂ ਮੈਂ ਤੈਨੂੰ ਫੜ ਕੇ ਥੱਲੇ ਦੱਬਿਆ ਸੀ, ਪਹਿਲਾ 1 ਮਿੰਟ 1.5 ਤੂੰ ਮੈਨੂੰ ਚੁੱਕ ਨਹੀਂ ਸਕਿਆ, ਪਾਸੇ ਨਹੀਂ ਸਿੱਟ ਸਕਿਆ। ਬਾਅਦ ਵਿੱਚ ਤੇਰੇ ਵਿੱਚ ਕਿੱਥੋਂ ਤਾਕਤ ਆ ਗਈ, ਬਾਅਦ ਵਿੱਚ ਕਿੱਥੋਂ ਸ਼ਕਤੀ ਆ ਗਈ। ਕਹਿਣ ਲੱਗਾ ਪਹਿਲਾਂ ਮੈਂ ਸੋਚਦਾ ਰਿਹਾ ਸ਼ਾਇਦ ਛੱਡ ਹੀ ਦੇਣਗੇ, ਮੈਂ ਸਾਰੀ ਤਾਕਤ ਹੀ ਨਹੀਂ ਸੀ ਲਾਈ, ਸਾਰਾ ਜ਼ੋਰ ਨਹੀਂ ਸੀ ਲਾਇਆ। ਕਹਿੰਦੇ ਕਦੋਂ ਲਾਇਆ ਜ਼ੋਰ? ਕਹਿੰਦੇ ਜ਼ੋਰ ਉਦੋਂ ਲਾਇਆ ਜਦੋਂ ਮਰਨ ਲੱਗਾ ਸੀ, ਮੌਤ ਆਉਣ ਲੱਗੀ ਸੀ, ਉਦੋਂ ਸਾਰਾ ਜ਼ੋਰ ਲਾਇਆ, ਉਦੋਂ ਮੈਂ ਚੁੱਕਿਆ ਤੁਹਾਨੂੰ। ਫਰੀਦ ਸਾਹਿਬ ਕਹਿੰਦੇ ਬਸ ਗੱਲ ਇੰਨੀ ਹੈ, ਸਾਰੀ ਉਮਰ ਤੂੰ ਜ਼ੋਰ ਲਾਏ ਕੋਈ ਨਹੀਂ, ਤੂੰ ਇਕਾਗਰ ਹੋ ਕੇ ਸਾਰੀ ਸ਼ਕਤੀ ਨਹੀਂ ਲਾਈ ਅੱਲਾ ਵਾਸਤੇ। ਜਿੱਦਣ ਸਾਰੀ ਸ਼ਕਤੀ ਲਾਏਗਾ ਉਦਣ ਤੈਨੂੰ ਮਿਲੇਗਾ। ਤੂੰ ਅੱਧੀ ਪਚੱਧੀ ਲਾਈ ਹੈ, ਪਹਿਲਾਂ 1 ਮਿੰਟ 1.5 ਲਾਉਂਦਾ ਹੀ ਰਿਹਾ। ਮੌਤ ਦਿਸੀ ਹੈ ਤੇ ਤੂੰ ਸ਼ਕਤੀ ਲਾਈ ਹੈ। ਤੂੰ ਇਹ ਖੇਡਾਂ ਹੀ ਖੇਡਦਾ ਰਿਹਾ, ਪਰਮਾਤਮਾ ਨੂੰ ਅੰਦਰਲੇ ਦਿਲੋਂ ਪੁਕਾਰੀ ਨਹੀਂ। ਔਰ ਇਹ ਘਟਨਾ ਸਾਰੇ ਜਗਤ ਵਿੱਚ ਵਰਤਦੀ ਹੈ। ਇਸ ਜਗਤ ਦੇ ਬਹੁਤ ਸਾਰੇ ਲੋਕ, ਸਚਾਈ ਇਹ ਹੈ 10-15% ਮਨ ਨਾਲ ਪਰਮਾਤਮਾ ਨੂੰ ਜਪਦੇ ਨੇ, ਬਾਕੀ ਦਾ ਮਨ ਤਿਆਰ ਹੀ ਕੋਈ ਨਹੀਂ ਹੁੰਦਾ। ਇਸ ਕਰਕੇ ਵਾਪਰੇ ਕਿੱਥੋਂ ਗੱਲ, ਹੋਵੇ ਕਿਵੇਂ? ਸਾਰਾ ਮਨ ਤਿਆਰ ਹੀ ਨਹੀਂ ਹੈ। ਫਰੀਦ ਜੀ ਨੇ ਉੱਥੇ ਇੱਕ ਸ਼ਲੋਕ ਉਚਾਰਿਆ, ਉਹ ਕਹਿੰਦੇ ਫਰੀਦਾ ਢੂੰਢੇਂਦੀਏ ਸੁਹਾਗ ਕੂ ਤਉ ਤਨ ਕਾਈ ਕੋਰ। ਸੁਹਾਗ ਦਾ ਅਰਥ ਹੈ ਪਰਮਾਤਮਾ। हे ਪਰਮਾਤਮਾ ਨੂੰ ਲੱਭਣ ਵਾਲੇ ਨਿਮਾਜੀ, हे ਭਗਤੀ ਕਰਨ ਵਾਲੇ ਭਗਤ, ਪੂਜਾ ਕਰਨ ਵਾਲੇ ਪੁਜਾਰੀ। ਤਉ ਤਨ ਕਾਈ ਕੋਰ ਦਾ ਅਰਥ ਹੈ ਕੋਈ ਨਾ ਕੋਈ ਤੇਰੇ ਵਿੱਚ ਕਮੀ ਹੈ, ਨੁਕਸ ਹੈ ਤੇਰੇ ਵਿੱਚ, ਤੇਰੇ ਮਨ ਵਿੱਚ ਵਿਸ਼ਵਾਸ ਹੈ ਨਹੀਂ, ਭਰੋਸਾ ਨਹੀਂ। ਤਉ ਕਨ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਜਿਹੜੇ ਉਸ ਮਾਲਕ ਦੇ ਦਰ ਤੇ ਅੰਦਰੋਂ ਤੁਰਦੇ ਨੇ, ਪਰਤ ਕੇ ਪਿੱਛੇ ਨਹੀਂ ਵੇਖਦੇ, ਜ਼ਿੰਦਗੀ ਦੀ ਬਾਜੀ ਲਾ ਦਿੰਦੇ ਨੇ। ਸ਼ਹੀਦ ਉਹਨਾਂ ਨੂੰ ਕਹਿੰਦੇ ਨੇ। ਕੌਣ ਸਨ ਇਹ ਲੋਕ? ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਾਰ ਦਿੱਤੀ। ਔਰ ਸਵੇਰ ਦੇ ਦੀਵਾਨ ਵਿੱਚ ਵੀ ਆਪਾਂ ਵਿਚਾਰਿਆ ਸੀ, ਇੱਕ ਧਾਰਮਿਕ ਵਿਅਕਤੀ ਨੂੰ ਸਮਝਾਉਣ ਵਾਸਤੇ ਭਾਈ ਗੁਰਦਾਸ ਜੀ ਨੂੰ ਚੋਰਾਂ ਦੀਆਂ ਉਦਾਹਰਨਾਂ ਦੇਣੀਆਂ ਪਈਆਂ, ਠੱਗਾਂ ਦੀਆਂ ਉਦਾਹਰਨਾਂ ਦੇਣੀਆਂ ਪਈਆਂ, ਜੁਆਰੀਆਂ ਦੀਆਂ ਉਦਾਹਰਨਾਂ ਦੇਣੀਆਂ ਪਈਆਂ ਤੇ ਵਿਭਚਾਰੀਆਂ ਦੀਆਂ ਉਦਾਹਰਨਾਂ ਦੇਣੀਆਂ ਪਈਆਂ। ਹੈ ਤੇ ਉਹ ਮਾੜੇ ਸਨ, ਪਰ ਫਰੀਦ ਸਾਹਿਬ ਕਹਿੰਦੇ ਤੂੰ ਬਾਣੀ ਪੜ੍ਹਨੀ ਹੈ ਨਾ, ਗੁਰੂ ਦੇ ਮਾਰਗ ਤੇ ਤੁਰਨਾ, ਚੋਰ ਤੂੰ ਸਿੱਖ ਲੈ। ਇੱਕ ਵਾਰੀ ਚੋਰੀ ਕਰਦਾ, ਫੜਿਆ ਜਾਂਦਾ, ਕੁੱਟਮਾਰ ਹੁੰਦੀ ਏ, ਲੋਕ ਬਦਨਾਮੀ ਕਰਦੇ ਨੇ, ਪਰਤ ਕੇ ਆਉਂਦਾ, ਦੂਜੀ ਵਾਰੀ ਚੋਰੀ ਫਿਰ ਕਰ ਲੈਂਦਾ, ਪਰਵਾਹ ਨਹੀਂ ਕਰਦਾ। ਜੁਆਰੀ ਆਪਣਾ ਘਰ ਤੱਕ ਵਿਕ ਜਾਂਦਾ, ਪਰ ਜੁਆ ਖੇਡਣਾ ਨਹੀਂ ਛੱਡਦਾ। ਜਿਹੜਾ ਮਨੁੱਖ ਵਿਭਚਾਰੀ ਏ, ਕਰੈਕਟਰਲੈਸ ਏ, ਸੰਸਾਰ ਦੇ ਵਿੱਚ ਰੋਜ਼ ਉਹਦਾ ਮੂੰਹ ਕਾਲਾ ਹੁੰਦਾ, ਪਰ ਉਹ ਆਪਣਾ ਕਰਮ ਨਹੀਂ ਛੱਡਦਾ। ਇੱਕ ਪਾਸੇ ਆਪਣੀ ਜ਼ਿੰਦਗੀ ਉਹਨੇ ਲਾ ਦਿੱਤੀ ਏ।
वो कर्म भावें माड़े ने पर उन्हां विच इरादा 100% है। उन्होंने कदी लिख ही नहीं किया, कदी हिसाब ही नहीं किया, ते तू परमात्मा दे दर ते तुरना है, केवल फिल्मांकन कर रहे हैं, केवल सीरियल बना रहे हैं धर्म का, जां असल विच तू धर्मी है। दो चीज़ां ने। तुसीं वेख्या होना फिल्मां दे विच लोग रोंदे ने, हसदे ने, कई कुछ हुंदा है। फिल्मां विच लोकां नूं भुख लगदी है, नकली रोटी खांदे ने, नकली प्यास लगती है, नकली दर्द होंदी है। वो सिर्फ फिल्म है, वो सिर्फ सीरियल है, वो एक्टिंग है सिर्फ। ते धर्म दा एक्टिंग नाल कोई संबंध नहीं, धर्म असलीयत विच है। अंदरों दर्द होएगी। फिल्म दे विच मां हुंदी है, पुत्तर हुंदा है, पुत्तर गवाच जांदा है, मां रोंदी है, अखां चों पानी ते वही जांदा है, पर उहदे अंदरले हिस्से विच दर्द नहीं हुंदी। परमात्मा दा फिल्म नाल, फिल्मांकन नाल, एक्टिंग करन दे नाल कोई रिश्ता नाता नहीं है, वो अंदरले हिस्से की डूंघाई दे नाल संबंध रखता है। आ जिन्ने लोग सन गुरु गोबिंद सिंह पातशाह जी दे नाल तुरे इन्हां दिनां विच, और ये दिन बड़े महत्वपूर्ण ने। इन्हां दिनां दा विज्ञान है मनुखी मन दे उत्ते, क्योंकि समा साल बाद परत के उस थां ते आउंदा है। ख्याल रखना, जे असी जाग पईए अज तो 1000 साल पहला भी जिवें दा अज दा दिन है, जो कुछ इस धरती ते वापरिया सी, साल बाद वो चीज़ां फिर एक बार उजागर होंदियां। ये तां ही साल बनिया, एवें नहीं बनिया। जिहड़ा गुरपुरबां दा सिद्धांत दिता गया ना, वो कोई कर्म कांड नहीं सी कि साल बाद फिर गुरपुरब आएगा, साल बाद फिर गुरपुरब आएगा, साल बाद फिर शहीदी दिन आएगा। उन्हां दिनां दे विच वो चीज़ां परत के जागदियां ने जिहड़ियां अज तो सैकड़े साल पहलां वापरियां सन, पर उन्हां वास्ते जागणगियां जिहड़े लोग अंदरों आप जागे ने, जिहड़ा खुद ही नहीं जागया, जिहदा मन सुता पिया। बिल्कुल उस तरह वो किते गए नहीं, उन्हां विच किते दूरी नहीं है। एक पक्षों आपां वेखदे हां साहिबजादे चले गए, शहीद हो गए, वैरागमई है, सब कुछ है, पर सच्चाई है गुरु ते दूजियां नूं जिउंदे कर दिंदा, उहदे अपने पुत्तर थोड़ी किते चले गए, वो सदा जिउंदे ने। ख्याल रखना, जदों ये दिन चलते ने, मैनूं एक घटना वार वार चेते आउंदी, मैं आप जी नाल साझी कर दियां। फतेहगढ़ साहिब की धरती ते, क्योंकि ना गुरु मौत का शिकार, ना गुरु के लाल, वो सदा जिउंदे ने, सदा कायम ने। ठीक है, उस दशा नूं असीं किहड़े ढंग नाल लैने वखरी गल है। मैं थोड़ी जी घटना कह दियां, भावें ये भावुक मन ही उन्होंने सिर्फ समो सकणगे अपने मन विच। भांडा भावदा होएगा, दूसरियां दे वस दी गल नहीं। एक घटना वापरी, जिन्हां ने दर्शन कीते ने फतेहगढ़ साहिब दे, ते उत्थे एक सिख आउंदा सी। इधर पिंडां विचों जिहड़ा चंडीगढ़ रोड है, गुरुद्वारा ज्योति स्वरूप वाली सड़क जिहड़ी चंडीगढ़ नूं जांदी, इधरों सिख आउंदा ते उस थां दीयां तरंगां ऐसियां ने, जदों अंदर बईए जाके जिथे नीहां ने, आप मुहारे मन उस दुनिया विच चला जांदा है। वो बुरज एवें नहीं, वो नीहां एवें नहीं हन। वो ज्योति स्वरूप वाली थां एक जिउंदी चीज है, जागदी है। उत्थे आउंदा सी ते उन्हें उत्थे विराग विच बाणी पढ़ पढ़ के अखां चों पानी डिगी जाना, ते उन्हें किते ये अरदास करनी भी तुसीं इत्थे शहीद होए हो ते तुसीं सदा जिउंदे हो, एक बारी मैनूं दर्शन दिओ। किते कह बैठा, अरदास कीती, कई दिन करदा रहा, विराग सी उहदे विच, अरदास करदा रोज, कई दिन अरदास करदा रहा। ते एक दिन कई महीने गुजरन तो बाद अपने नगर वालों ट्रैक्टर ते चढ़ के तुरया आ रहा है। ते जदों ट्रैक्टर ते आ रहा सी ना, शाम का वक्त सी, हनेरा चांदन कट्ठे सन। कहंदा भी दो बच्चे सामने खड़े हुए, बच्चे आम ने, आम वस्त्र पाए, दो बच्चे ने। हुण ख्याल उन्होंने आया नहीं भी की घटना।
दो बच्चे सामने खड़े ने ते मेरे ट्रैक्टर के सामने आ गया, हथ किया, कहते खड़ा कर। मैं खड़ा तो कर लिया। मैं क्या भी तुसी इधर हनेरे विच किधर तुरे फिरदे हो, जाओ अपने घर, रात पैण वाली है। उम्र उन्हां दी होई सी 7 ते 9 साल दी। कहते जदों मैं वार वार उन्होंने कहा ना, उन्होंने बथेरा कहा भी सानू ट्रैक्टर ते चढ़ा ला, किधर चलना है। कहते मैं क्या भी अपने घर जाओ, ट्रैक्टर ते किधर चढ़ना तुसीं। कहते जदों मैं बहुता कहा ना, उन्हां विचों एक दे वड्डे दे शब्द सन। कहते कई महीनों तो अरदासां करी जांदे, जे अज आया तो हुण ट्रैक्टर ते नहीं चढ़ाउंदा पिया। इन्नी कह के पासे चले गए। कहता बाद विच मेरे होश आई भी मना तू किहड़े जिहड़े काम नूं कहंदा सी होया तू सामने। पर यह भी गुरु की कला है। सतगुरु सदा है, सतगुर मेरा सदा सदा ना आवे ना जाए, वो शब्द रूप विच भी है ते गुरु दे विच ताकत ते कुछ भी वरता सकता। ख्याल रखना, इत्थे असीं कहांगे गुरु ते शब्द, गुरु समर्थ है। याद रखिए जिहड़े लखां शरीर बना सकदा, उन्होंने अपना शरीर बनाउण लग्गिया देर नहीं जे लगदी, पर असीं बुद्धि नूं पासे करिए विच। ये उन्हां लोकां दी घटना है। वो कहंदा अज तक मैनूं शब्द नहीं भुलदे, इस करके ये सारा वरतारा उन्हां लोकां दा सी जिहड़े जिउंदे जी मौत तो पार चले गए सन। जन्म लैना, शहादतां देणियां, ये तो केवल उन्हां वास्ते एक खेड सी। ये तो केवल वो सानू जिहड़े असीं दिन रात इस खाक दी दुनिया दे विच जिउणा सिख लैंदे आ ते परत के जागना भुल जांदा है, सानू हलूणा देण वास्ते सतगुरां ने बख्शिशां कीतियां। मैं कह रहा सी कि जिहड़ी चीज़ दी असीं खोज करांगे सानू वो ही लभेगा। आदमी भावें अपने घर रवे जां किसी तीर्थ अस्थान ते चला जाए, जिहड़ी खोज है सानू वो ही मिलना है, उस तो वध एक किणका भी नहीं मिलेगा। पहला सानू अपनी खोज ठीक करनी चाहिए है। सानू वो ही दिसेगा जिहड़ी साडी अख है, उस तो वध कुछ भी नहीं दिसेगा। सानू वो ही मिल सकता है जिहड़ी चीज़ की असीं खोज करांगे। गुरु ग्रंथ साहिब जी ने क्या अमृत तेरे शरीर विच है, बाहरों लै अमृत, अमृत नाम है, अमृत गुरबाणी है। ते एक दिन सिख ने अमृत छकना, एक दिन अमृत की दात लैनी है, ते फिर उस अमृत नूं अपने अंदरों कढ़न का यतन करना। वो सिर्फ एक प्रोसीजर है, उन्होंने समझण की लोड़ हुंदी। अमृत की है, मैं थोड़ा जिहा सतगुरु ने यह बड़ा भारा विज्ञान वरतिया, ख्याल रखना। पहला भी अमृत है, पहला 10 पातशाहियां जिहड़ी चरण पौल देंदियां वो भी अमृत सी, यही चीज़ सी। और मैं इत्थों तक कह दिया जिहड़ा बाबे फरीद की माता ने कहा सी, फरीदा विछा मसला, परमात्मा तेनू शक्कर देगा। ते जदों बाबे फरीद की माता भांडे विच पा के शक्कर रख दिंदी सी ना उस भांडे थले, ते बाबा फरीद नमाज पढ़दा सी ते परत के शक्कर खा लैंदा सी। वो भी एक अमृत बनाउण दी ही किरिया सी। क्योंकि आप जी हैरान होवोगे कि जिहड़े असीं शब्द बोलने आ ना, वो 2 चीज़ां पकड़दियां ने अपने विच, उहदा असर समो लैंदियां ने, एक मिट्टी ते एक पानी। ते मैं थोड़े दिन होए एक होर सुनिया दे बारे ज्ञान, वो होर हैरान करन वाला है कि जे उस पानी दे विच मिठा घोलिया जाए, वो शब्द नूं होर ज़्यादा खिंचदा अपने वाल। ये सिद्ध किया विज्ञान। जिहड़े पतासे पाए गए सन, पतासे एवें नहीं पाए पानी विच अमृत बनाउण लगे। जे उस पानी विच पतासे पा के उहदे उत्ते बाणी पड़ी जाती है, परत के उहनूं जमा लिया जाए, उहदे विच ते आम मिठे विच जमीन आसमान का फर्क पै जाता है, फर्क पैंदा उहदे। शब्द की कला सी ते जाणी कुछ नहीं शब्द बारे, असीं ते शायद समा आवेगा कि गुरु ग्रंथ साहिब जी नूं विज्ञान गुरु मनेगा। विज्ञान सब तो विज्ञानक गुरु ने गुरु ग्रंथ साहिब जी। सामने दे सबूत मिल जाएंगे भी शब्द की है, सानू पता लगेगा साडा गुरु कितना को वड्डा। मैं सवेरे भी बेनती की सी,
अजे आपां अपने गुरु नूं वड्डा नहीं समझिया, अजे साडा संसार वड्डा गुरु नालों सानूं लगदा है। अजे गुरु तो प्रभावित नहीं होए, ते गुरु तो असीं उदण प्रभावित होवांगे जिदन किसी सिख दे रंगे होए दे कोलों लंघांगे, उत्थों पता लगेगा गुरु किन्ना वड्डा है, किन्ना महान। गुरु दा पता सिख तो लगदा। शब्द का विज्ञान किन्ना कु वड्डा है, इहनूं असीं जाणे नहीं है। आ जिहड़ी देग बनदी है, अज ते हुण कर्मकांड ते फलाणियां गल्लां चल पईयां। साध संगत जी, देग दा भी एक बड़ा वड्डा विज्ञान है। कड़ा प्रसाद दी देग जिहड़ी है, ये गुरु नानक साहब तो चली है। गुरु नानक सच्चे पातशाह जी ने शब्द कहे सन, जदों संगत ने कहा भी अज ते तुसीं साडे कोल तुर चले हो, ते कल नूं तुसीं सानूं कहंदे हो बाणी पढ़ो, सानूं कोई काम पैगा, जरूरत पैगी, असीं किहनूं कहीए। ते गुरु नानक ने शब्द कहे सन, हजूर दे बचन सन कि तिहावल कड़ा प्रसाद दी देग तैयार करनी, टका रख के अरदास करनी, मैं हाजिर होवांगा। ये विज्ञान शुरू तो दिता सतगुरु ने, क्योंकि इहदे विच भी वो चीज़ां दा सुमेल है, तत्तां दा ਜਿਹੜੇ ਸਾਡੇ ਸਰੀਰ ਵਿੱਚ ਕੰਮ ਕਰਦੇ ਨੇ। ਦੇਗ ਦੇ ਵਿੱਚ ਅਗਨੀ ਤੱਤ ਵੀ ਹੈ, ਪਾਣੀ ਵੀ ਹੈ, ਮਿੱਠਾ ਵੀ ਹੈ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸ਼ਬਦ ਦੇ ਵਿਗਿਆਨ ਨੂੰ ਪ੍ਰਗਟ ਕਰਦੀਆਂ ਨੇ, ਸਾਹਮਣੇ ਲਿਆਉਂਦੀਆਂ ਔਰ ਤਾਕਤਵਰ ਬਣਾਉਂਦੀਆਂ ਨੇ। ਔਰ ਇਸੇ ਤਰ੍ਹਾਂ ਅੰਮ੍ਰਿਤ ਦੀ ਦਾਤ ਹੈ। ਬਾਬਾ ਫਰੀਦ ਜਿਹੜੀ ਸ਼ੱਕਰ ਖਾਂਦੇ ਰਹੇ, ਉਹ ਅੰਮ੍ਰਿਤ ਦਾ ਹੀ ਸਰੂਪ ਸੀ। ਇੱਕ ਦਿਨ ਪਹਿਲਾਂ ਤੇ ਸ਼ੱਕਰ ਖਾਂਦੇ ਰਹੇ, ਸ਼ੱਕਰ ਦੇ ਰਾਹੀਂ ਨਮਾਜ਼ ਦੇ ਸ਼ਬਦ ਪਰਮਾਤਮਾ ਦੀ ਯਾਦ ਉਹਨਾਂ ਦੇ ਸਰੀਰ ਵਿੱਚ ਪਹੁੰਚਦੀ ਗਈ, ਤੇ ਜਿਸ ਦਿਨ ਸਿੱਧਾ ਸ਼ਬਦ ਅੰਦਰ ਟਿਕਣ ਲੱਗ ਪਿਆ, ਉਸ ਦਿਨ ਸ਼ੱਕਰ ਖਾਣੀ ਭੁੱਲ ਗਏ। ਸ਼ੱਕਰ ਦੀ ਫਿਰ ਲੋੜ ਨਹੀਂ ਰਹੀ ਸੀ। ਜਿਵੇਂ ਸਾਨੂੰ ਅੰਮ੍ਰਿਤ ਛਕਣ ਦੀ ਰੋਜ਼ ਨਹੀਂ ਲੋੜ, ਅੰਮ੍ਰਿਤ ਇੱਕ ਵਾਰੀ ਅੰਦਰ ਚਲਾ ਗਿਆ ਤੇ ਉਸ ਤੋਂ ਬਾਅਦ ਸਾਧ ਸੰਗਤ ਸ਼ਬਦ ਅੰਮ੍ਰਿਤ ਬਣ ਗਿਆ, ਨਿਤਨੇਮ ਅੰਮ੍ਰਿਤ ਬਣ ਗਿਆ। ਔਰ ਇਹ ਸੱਚਾਈ ਹੈ, जिस बंदे दी रग दे विचों एक वारी अमृत बन के लंघ जाता है, उहदे शरीर विचों दी होंद कदी नष्ट नहीं हुंदी, अमृत कदी टुटदा नहीं। ये सिर्फ साडे शब्द ने, ख्याल रहे। इस गले दे विचों जिहदे एक वारी गले विचों लंघ गया, गुरु ग्रंथ साहिब जी दी हजूरी दे विच पंज प्यारियां द्वारा बनाया गया, भावें वो बेमुख हो जाए, भावें पतित हो जाए, जो मर्जी कर ले, किन्ने कु जन्म भजेगा, गुरु ने रस्सी पा के फिर खिंची लेना है, जाएगा नहीं किते। वो रगां में चला गया, वो आत्मा में चला गया। और ये अमृत का विज्ञान सतगुरु ने बनाया। और ये किसी ने बहुत सुंदर लिखा है कि जिथे अमृत तैयार हुंदा उत्थे 10 पातशाहियां दा हथ हुंदा है। और उन्हें जोड़ के क्या है कि जिथे अमृत तैयार हुंदा उहदे दुआले 5 प्यारे बैठते हैं। गुरु ग्रंथ साहिब जी की हजूरी विच 5 प्यारे ने, उन्हां विचों 4 प्यारियां ने अपने दोवें हथ बाटे नूं पाए हुंदे ने। तुसीं वेख्या होना जिन्हां ने अमृत छकिया, 4 ने दोवें दोवें हथ पा के रखने ने, ते जिहड़ा 5वां है उन्हें एक हथ बाटे नूं पाना है, ते एक हथ दे नाल खंडा फेरना है। इस तरह 10 हथ हो गए, 9 हथ पए ने, ते 10वां हथ खंडा फेरदा है, ते बड़ा सोहना ये जोड़ बनता है। किसी ने क्या सिखा, तू अपनी भरोसे नूं जगा, अपने विश्वास नूं इत्थे खड़ा कर। इस थां ते 5 प्यारियां दे जिहड़े 9 हथ ने, वो 9 पातशाहियां दे हथ ने, ते जिस 10वें दे नाल खंडा फिरदा वो 10वें पातशाह दा हथ है। ते जिहड़ी उहदी रसना तो बाणी पढ़ी जा रही है, वो गुरु ग्रंथ साहिब जी की कृपा उहदे विच बरसदी है। इत्थे तेरे सारे गुरुआं दा जोड़ इक्को थां ते है, इक्को थां ते अमृत की तैयारी हो रही है। ये वो अमृत है। पर जे साडी खोज होवेगी, फिर असी इस देह विचों अमृत नूं लभ लवांगे। ये अमृत ही सी, गुरु ने ते खुद बनाया, सतगुरु ने। ये अमृत ही सी जिहड़ा इस हालत विच बच्चे कुहा के सामने कुर्बान करके सारा कुछ, ते फिर भी वो प्यार विच कहंदा भी यारड़े दा सानू सत्थर चंगा, पट खेड़ियां दा रहना। ये अमृत की शक्ति सी, अमृत की दास सी। पर मिलेगा तां जे खोजांगे। ते सच्चे पातशाह अज कह रहे ने, खोजत खोजत अमृत पिया,
ਲੱਭਦਿਆਂ ਲੱਭਦਿਆਂ, ਖੋਜ ਕਰਦਿਆਂ ਕਰਦਿਆਂ ਸਰੀਰ ਵਿੱਚੋਂ ਗੁਰੂ ਕੇ ਸ਼ਬਦ ਦੀ ਕਮਾਈ ਕਰਦਿਆਂ ਕਰਦਿਆਂ ਉਸ ਅੰਮ੍ਰਿਤ ਦੀ ਪ੍ਰਾਪਤੀ ਕਰ ਲਈ, ਉਸ ਅੰਮ੍ਰਿਤ ਨੂੰ ਪੀਤਾ। ਫਿਰ ਉਹਦੀ ਨਿਸ਼ਾਨੀ ਕੀ ਹੈ? ਹਜੂਰ ਕਹਿੰਦੇ ਖਿਮਾ ਗਹੀ ਮਨ ਸਤਿਗੁਰ ਦੀਆ। ਖਿਮਾ ਦਾ ਅਰਥ ਇੱਕ ਸਹਿਣ ਸ਼ਕਤੀ ਵੱਧ ਗਈ, ਧੀਰਜ ਆ ਗਈ। ਖਿਮਾ ਦੇ ਇੱਥੇ ਅਰਥ ਇੱਕ ਖਿਮਾ ਮੰਗਣੀ ਹੁੰਦੀ ਹੈ, ਇੱਥੇ ਖਿਮਾ ਦੇ ਅਰਥ ਨੇ ਧੀਰਜ ਆਉਣੀ। ਅੰਦਰ ਧੀਰਜ ਆ ਗਈ ਤੇ ਮਨ ਸਤਿਗੁਰੂ ਨੂੰ ਸੌਂਪ ਦਿੱਤਾ। ਫਿਰ ਕਹਿੰਦੇ ਖਰਾ ਖਰਾ ਆਖੈ ਸਭ ਕੋਏ। ਜਦੋਂ ਇਹ ਅੰਮ੍ਰਿਤ ਦੀ ਦਾਤ ਅੰਦਰ ਟਿਕ ਜਾਂਦੀ ਹੈ ਨਾ, ਤੇ ਇਹ ਅੰਮ੍ਰਿਤ ਜਿਹੜਾ ਜਿਹਨੇ ਪ੍ਰਾਪਤ ਕਰ ਲਿਆ, ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਸਰੀਰ ਵਿੱਚੋਂ ਕੱਢ ਲਿਆ, ਕਿਉਂਕਿ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਜਿੰਨੇ ਵਿੱਚੋਂ ਪੀ ਲਿਆ, ਜਿਹਨੂੰ ਇਹਦਾ ਰਸ ਆ ਗਿਆ, ਉਹਦੇ ਅੰਮ੍ਰਿਤ ਫਿਰ ਕੇਵਲ ਉਹਦੇ ਅੰਦਰ ਤੱਕ ਸੀਮਤ ਨਹੀਂ ਰਹਿੰਦਾ। ਉਹਦੇ ਰੋਮਾਂ ਵਿੱਚੋਂ, ਉਹਦੀਆਂ ਅੱਖਾਂ ਵਿੱਚੋਂ, ਉਹਦੇ ਸ਼ਬਦਾਂ ਵਿੱਚੋਂ, ਉਹ ਜਿਹਨੂੰ ਹੱਥ ਲਾਏਗਾ ਉਹਦੀ ਤਸਵੀਰ ਬਦਲ ਜਾਏਗੀ ਉਸ ਵਸਤੂ ਦੀ। ਉਹਦੇ ਵਿੱਚ ਇੰਨਾ ਪ੍ਰਭਾਵ ਹੈ, ਫਿਰ ਉਸ ਮਨੁੱਖ ਨੂੰ ਹਰ ਇੱਕ ਕਹੇਗਾ ਖਰਾ ਦਾ ਅਰਥ ਹੈ ਸ਼ੁੱਧ ਹੈ, ਸ਼ੁੱਧ ਹੈ। ਖਰਾ ਖਰਾ ਆਖੈ ਸਭ ਕੋਏ। ਖਰਾ ਰਤਨ ਜੁਗ ਚਾਰੇ ਹੋਏ। ਜਿਹੜਾ ਰਤਨ ਖਰਾ ਹੋ ਗਿਆ, ਉਹਨੂੰ ਜਿੱਥੇ ਮਰਜ਼ੀ ਲੈ ਜਾਓ ਉਹਦਾ ਪੂਰਾ ਮੁੱਲ ਪਏਗਾ। ਉਹ ਮਨੁੱਖ ਸੰਪੂਰਨ ਹੋ ਗਿਆ, ਜਿਨੇ ਇਸ ਦੇਹ ਵਿੱਚੋਂ ਗੁਰੂ ਦੇ ਮਾਰਗ ਤੇ ਤੁਰ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ। ਪਰ ਆਮ ਜਗਤ ਜਿਹੜਾ ਖਾਤ ਪੀਅੰਤ ਮੁਵੇ ਨਹੀਂ ਜਾਣਿਆ। ਦੁਨੀਆ ਦੇ ਆਮ ਲੋਕ ਖਾਣ ਪੀਣ ਦੇ ਰਸਾਂ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਲੈਂਦੇ ਨੇ। ਉਹ ਸਮਝਦੇ ਨੇ ਜੀਵਨ ਇਸੇ ਵਾਸਤੇ ਮਿਲਿਆ ਸੀ। ਖਾਤ ਪੀਅੰਤ ਮੁਵੇ ਨਹੀਂ ਜਾਣਿਆ, ਖਿਨ ਮਹਿ ਮੁਵੇ ਜਾਂ ਸ਼ਬਦ ਪਛਾਨਿਆ। ਮੁਵੇ ਦਾ ਇੱਥੇ ਅਰਥ ਹੈ ਮਨ ਦੀ ਮੌਤ, ਵਾਸ਼ਨਾਵਾਂ ਦੀ ਮੌਤ। ਜਦੋਂ ਸ਼ਬਦ ਦੀ ਪਹਿਚਾਨ ਆ ਗਈ, ਸ਼ਬਦ ਦੇ ਇੱਥੇ ਅਰਥ ਨੇ ਗੁਰੂ ਦਾ ਸੁਭਾਅ, ਗੁਰੂ ਕਾ ਸ਼ਬਦ। ਗੁਰੂ ਕੇ ਸੁਭਾਅ ਦੀ ਪਹਿਚਾਨ ਆ ਗਈ, ਗੁਰੂ ਕੀ ਸਿੱਖਿਆ ਦੀ ਪਹਿਚਾਨ ਆ ਗਈ, ਗੁਰੂ ਕੇ ਸ਼ਬਦ ਦੀ ਪਹਿਚਾਨ ਆ ਗਈ। ਅਸਥਿਰ ਚੀਤ ਮਰਨ ਮਨ ਮਾਨਿਆ। ਹੁਣ ਮਨ ਮਰਨ ਲਈ ਤਿਆਰ ਹੈ, ਪੂਰੀ ਤਰ੍ਹਾਂ ਮੰਨ ਗਿਆ। ਜਿਹੜੀ ਆਪਾਂ ਸ਼ੁਰੂ ਵਿੱਚ ਗੱਲ ਕੀਤੀ ਸੀ ਨਾ, ਮਨ ਹੀ ਨਹੀਂ ਮੰਨਦਾ, ਸਾਡਾ ਕੰਮ ਤੇ ਉਸੇ ਵੇਲੇ ਹੋ ਜਾਂਦਾ, ਮਨ ਤਿਆਰ ਨਹੀਂ। ਆਹ ਸਾਰੀ ਸਾਧਨਾ ਮਨ ਨੂੰ ਤਿਆਰ ਕਰਨ ਵਾਸਤੇ, ਕਿਉਂਕਿ ਪਰਮਾਤਮਾ ਨੂੰ, ਗੁਰੂ ਨੂੰ ਕਿਸੇ ਜੁਗਤ ਰਾਹੀਂ ਖੁਸ਼ ਨਹੀਂ ਕੀਤਾ ਜਾ ਸਕਦਾ। ਬਸ ਇੱਕੋ ਹੀ ਜੁਗਤ ਆਪਾਂ ਸਿੱਖਣੀ ਹੈ, ਮਨ ਤਿਆਰ ਹੋ ਜਾਏ। ਮਨ ਅੱਧ ਵਿੱਚ ਰਹਿੰਦਾ, ਲਟਕਿਆ ਰਹਿੰਦਾ, ਅੱਗੇ ਵੀ ਹੁੰਦਾ ਪਿੱਛੇ ਵੀ। ਪਰ ਜਦੋਂ ਕਿਰਪਾ ਹੋਈ, ਬਖਸ਼ਿਸ਼ ਹੋਈ, ਮਨ ਮਰਨ ਵਾਸਤੇ ਰਾਜੀ ਹੈ। ਮਰਨ ਦਾ ਅਰਥ ਹੈ ਮਨ ਅੰਦਰੋਂ ਤ੍ਰਿਪਤ ਹੋ ਗਿਆ, ਰੱਜ ਗਿਆ। ਫਿਰ ਕਹਿੰਦੇ ਗੁਰ ਕਿਰਪਾ ਤੇ ਨਾਮ ਪਛਾਨਿਆ। ਇੱਥੇ ਸ਼ਬਦ ਬਹੁਤ ਮਹਿੰਗਾ ਹੈ, ਨਾਮ ਪਛਾਨਿਆ। ਨਾਮ ਦੀ ਪਹਿਚਾਨ ਆ ਗਈ, ਕਿਉਂਕਿ ਅਕਾਲ ਪੁਰਖ ਦੇ ਨਾਮ ਦੇ ਬਹੁਤ ਸਾਰੇ ਰੂਪ ਨੇ। ਨਾਮ ਨੂੰ ਪਹਿਚਾਨਣਾ, ਉਹਦੀ ਅਖੀਰਲੀ ਦਸ਼ਾ ਨੂੰ ਜਾਣ ਲੈਣਾ ਅਤ ਕਠਿਨ ਹੈ। ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਅਸੀਂ ਨਾਮ ਨੂੰ ਨਹੀਂ ਪਹਿਚਾਨ ਸਕਦੇ। ਨਾਮ ਦਾ ਅਖੀਰਲਾ ਰੂਪ ਮਨੁੱਖ ਦਾ ਆਪਣਾ ਹੀ ਸੁਭਾਅ ਹੈ, ਉਹਦੀ ਆਪਣੀ ਆਤਮਾ ਹੀ ਹੈ। ਜਦੋਂ ਗੁਰੂ ਕੇ ਸ਼ਬਦ ਰਾਹੀਂ ਉਹਦੇ ਤੱਕ ਆਪਾਂ ਪਹੁੰਚ ਜਾਂਦੇ ਹਾਂ ਤੇ ਨਾਮ ਦੀ ਪਹਿਚਾਨ ਆ ਜਾਂਦੀ ਹੈ। ਸੋ ਸਤਿਗੁਰੂ ਅੰਮ੍ਰਿਤ ਦੀ ਗੱਲ ਕਰ ਰਹੇ ਨੇ। ਅੰਮ੍ਰਿਤ ਕਾਹਦੇ ਵਿੱਚ ਹੈ? ਬਾਣੀ ਵਿੱਚ, ਸ਼ਬਦ ਵਿੱਚ। ਜਿਉਂ-ਜਿਉਂ ਕਮਾਵਾਂਗੇ ਉਹ ਪ੍ਰਾਪਤ ਹੋਵੇਗਾ। ਆਓ ਇੱਕ ਪੰਕਤੀ ਪਿਆਰ ਵਿੱਚ ਪੜ੍ਹੀਏ, ਸਮਾਪਤੀ ਕਰੀਏ। ਸਾਰਿਆਂ ਨੇ ਪਿਆਰ ਸਹਿਤ ਬੋਲਣ ਦੀ ਕਿਰਪਾ ਕਰਨੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, 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 ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ,
ਜਲਨ 부ਜੀ ਸੀਤਲ ਹੋਏ ਮਨੁਆ, ਜਲਨ 부ਜੀ ਸੀਤਲ ਹੋਏ ਮਨੁਆ, ਜਲਨ 부ਜੀ ਸਤਿਗੁਰ ਕਾ ਦਰਸ਼ਨ ਪਾਏ ਜੀਉ, ਸਤਿਗੁਰ ਕਾ ਦਰਸ਼ਨ ਪਾਏ ਜੀਉ, ਸਤਿਗੁਰ ਕਾ ਦਰਸ਼ਨ ਪਾਏ ਜੀਉ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੋ ਇਹਨਾਂ ਸਮਾਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।